ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਰੋਜ਼ਿਆਂ ਦੇ 5ਵੇਂ ਹਫ਼ਤੇ ਦੇ ਵਿੱਚ ਹਾਂ। ਆਓ ਅਸੀਂ ਅੱਜ ਦੇ ਦਿਨ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਦੈਨੀਅਲ ਨਬੀ ਦੀ ਪੁਸਤਕ, ਉਸ ਦਾ 13ਵਾਂ ਅਧਿਆਇ 1 ਤੋਂ 9, 15 ਤੋਂ 17, 19 ਤੋਂ 30 ਤੱਕ। ਇਹਨਾਂ ਵਚਨਾਂ ਨੂੰ ਅਸੀਂ ਸੁਣੀਏ ਜਿੱਥੇ ਇੱਕ ਮਹਾਨ ਔਰਤ ਦੀ ਕਥਾ ਦੇ ਬਾਰੇ ਅਸੀਂ ਸੁਣਦੇ ਹਾਂ। ਉਹ ਔਰਤ ਜਿਸ ਨੇ ਪ੍ਰਭੂ ਦੇ ਉੱਤੇ ਈਮਾਨ ਰੱਖਿਆ ਅਤੇ ਈਮਾਨ ਦੇ ਵਿੱਚ ਉਹ ਕਾਇਮ ਰਹੀ ਅਤੇ ਖੁਦਾ ਨੇ ਉਸ ਨੂੰ ਬਹੁਤ ਸਾਰੀ ਬਰਕਤ ਦਿੱਤੀ। ਅੰਜੀਲ ਯਹੂਨਾ ਦੀ ਉਸ ਦਾ 8ਵਾਂ ਅਧਿਆਇ 12 ਤੋਂ ਲੈ ਕੇ 20 ਐਤ ਤੱਕ, ਜਿੱਥੇ ਪ੍ਰਭੂ ਯਿਸੂ ਮਸੀਹ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਮੈਂ ਜਗਤ ਦਾ ਚਾਨਣ ਹਾਂ, ਜੋ ਕੋਈ ਮੇਰੀ ਪੈਰਵੀ ਕਰਦਾ ਹੈ ਹਨੇਰੇ ਵਿੱਚ ਨਹੀਂ ਭਟਕੇਗਾ। ਆਓ ਅਸੀਂ ਇਹਨਾਂ ਪਾਠਾਂ ਨੂੰ ਧਿਆਨ ਦੇ ਨਾਲ ਸੁਣੀਏ, ਇਹਨਾਂ ਦੇ ਉੱਤੇ ਮਨਨ ਕਰੀਏ ਅਤੇ ਆਪਣੇ ਜੀਵਨ ਨੂੰ ਇਹਨਾਂ ਵਚਨਾਂ ਅਨੁਸਾਰ ਢਾਲੀਏ। ਪਾਠ ਪਹਿਲਾ ਦਾਨੀਏਲ ਨਬੀ ਦੀ ਪੁਸਤਕ, ਉਸ ਦਾ 13 ਅਧਿਆਇ 1 ਤੋਂ 9, 15 ਤੋਂ 17, 19 ਤੋਂ 30 ਅਤੇ 33 ਤੋਂ 62 ਆਇਤ। ਉਸ ਸਮੇਂ ਬਬੀਲੋਨੀਆ ਵਿੱਚ ਯਾਕੀਮ ਨਾਂ ਦਾ ਇੱਕ ਮਨੁੱਖ ਰਹਿੰਦਾ ਸੀ। ਉਸ ਦਾ ਵਿਆਹ ਹਿਲਕੀਆਂ ਦੀ ਪੁੱਤਰੀ ਸੁਸੰਨਾ ਨਾਲ ਹੋਇਆ ਸੀ। ਉਹ ਬਹੁਤ ਹੀ ਸੁੰਦਰ ਅਤੇ ਖੁਦਾ ਦਾ ਡਰ ਰੱਖਣ ਵਾਲੀ ਔਰਤ ਸੀ। ਉਸ ਦੇ ਮਾਤਾ ਪਿਤਾ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਸਨ। ਉਹਨਾਂ ਨੇ ਆਪਣੀ ਧੀ ਦਾ ਪਾਲਣ ਪੋਸ਼ਣ ਮੂਸਾ ਨਬੀ ਦੇ ਵਿਧਾਨ ਵਿੱਚ ਦਿੱਤੇ ਨਿਯਮਾਂ ਅਨੁਸਾਰ ਕੀਤਾ। ਯਾਕੀਮ ਬਹੁਤ ਹੀ ਅਮੀਰ ਆਦਮੀ ਸੀ। ਉਸ ਦੇ ਘਰ ਦੇ ਨੇੜੇ ਹੀ ਉਸ ਦਾ ਇੱਕ ਬਹੁਤ ਸੁੰਦਰ ਅਤੇ ਵੱਡਾ ਬਾਗ ਸੀ। ਸਾਰੇ ਯਹੂਦੀ ਉਸ ਦੇ ਘਰ ਆਉਂਦੇ ਅਤੇ ਉਸ ਦਾ ਬਹੁਤ ਸਨਮਾਨ ਕਰਦੇ ਸਨ। ਉਹਨਾਂ ਦਿਨਾਂ ਵਿੱਚ ਲੋਕਾਂ ਨੇ ਆਪਣੇ ਵਿੱਚੋਂ 2 ਸਿਆਣੇ ਆਦਮੀਆਂ ਨੂੰ ਆਪਣਾ ਪ੍ਰਧਾਨ ਚੁਣਿਆ। ਇਹੋ ਜਿਹੇ ਲੋਕਾਂ ਬਾਰੇ ਹੀ ਪ੍ਰਭੂ ਨੇ ਕਿਹਾ ਸੀ, ਬਬੀਲੋਨੀਆ ਵਿੱਚੋਂ ਅਧਰਮ ਝੂਠੇ ਨਿਆਂ ਕਰਨ ਵਾਲਿਆਂ ਨਾਲ ਆਇਆ। ਉਹਨਾਂ ਆਗੂਆਂ ਤੋਂ ਜੋ ਨਿਆਈ ਸਨ, ਜਿਨ੍ਹਾਂ ਨੂੰ ਲੋਕਾਂ ਦੀ ਅਗਵਾਈਆਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਹ ਦੋਵੇਂ ਨਿਆਂਕਰਤਾ ਯਾਕੀਮ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਹੋਰ ਲੋਕ ਵੀ, ਜਿਨ੍ਹਾਂ ਦਾ ਕੋਈ ਮੁਕੱਦਮਾ ਜਾਂ ਲੜਾਈ ਝਗੜਾ ਹੁੰਦਾ, ਇੱਥੇ ਹੀ ਆ ਕੇ ਉਹਨਾਂ ਨੂੰ ਮਿਲਦੇ। ਜਦੋਂ ਦੁਪਹਿਰ ਦੇ ਵੇਲੇ ਸਾਰੇ ਲੋਕ ਚਲੇ ਜਾਂਦੇ ਤਾਂ ਸੁਸੰਨਾ ਆਪਣੇ ਪਤੀ ਦੇ ਬਾਗ ਵਿੱਚ ਸੈਰ ਕਰਨ ਲਈ ਜਾਂਦੀ। ਇਹਨਾਂ ਦੋਵਾਂ ਨੇ ਕਈ ਵਾਰ ਸੁਸੰਨਾ ਨੂੰ ਬਾਗ ਵਿੱਚ ਸੈਰ ਕਰਦੇ ਵੇਖਿਆ ਅਤੇ ਇਹਨਾਂ ਦੇ ਦਿਲ ਵਿੱਚ ਉਸ ਬਾਰੇ ਬੁਰੇ ਵਿਚਾਰ ਆਉਣ ਲੱਗ ਪਏ ਅਤੇ ਇਹ ਦੋਵੇਂ ਉਸ ਨੂੰ ਹਾਸਲ ਕਰਨਾ ਚਾਹੁੰਦੇ ਸਨ। ਉਹਨਾਂ ਦੇ ਦਿਲਾਂ ਵਿੱਚ ਪਾਪ ਇੰਨੀ ਜਲਦੀ ਪੈਦਾ ਹੋਇਆ ਕਿ ਉਹ ਖੁਦਾ ਦਾ ਡਰ ਅਤੇ ਧਾਰਮਿਕਤਾ ਨੂੰ ਭੁੱਲ ਗਏ। ਉਹ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਇੱਕ ਦਿਨ ਸੁਸੰਨਾ ਆਪਣੀਆਂ 2 ਨੌਕਰਾਨੀਆਂ ਨਾਲ ਬਾਗ ਵਿੱਚ ਆਈ। ਉਸ ਦਿਨ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸੁਸੰਨਾ ਨੇ ਉੱਥੇ ਹੀ ਇਸ਼ਨਾਨ ਕਰਨ ਦਾ ਆਪਣੀ ਇੱਛਾ ਪ੍ਰਗਟ ਕੀਤੀ। ਉਸ ਸਮੇਂ ਬਾਗ ਵਿੱਚ ਹੋਰ ਕੋਈ ਨਹੀਂ ਸੀ। ਸੁਸੰਨਾ ਨੂੰ ਵੀ ਪਤਾ ਨਹੀਂ ਸੀ ਕਿ ਦੋਵੇਂ ਨਿਆਂਕਰਤਾ ਚੋਰੀ ਲੁੱਕ ਕੇ ਉਸ ਨੂੰ ਵੇਖ ਰਹੇ ਸਨ। ਉਸ ਨੇ ਦਾਸੀਆਂ ਨੂੰ ਕਿਹਾ, ਤੁਸੀਂ ਜਾਓ ਅਤੇ ਮੇਰੇ ਲਈ ਤੇਲ ਅਤੇ ਲੇਪ ਕਰਨ ਵਾਲੀਆਂ ਚੀਜ਼ਾਂ ਲੈ ਕੇ ਆਓ। ਜਾਂਦੇ ਸਮੇਂ ਬਾਗ ਦਾ ਦਰਵਾਜ਼ਾ ਬੰਦ ਕਰ ਦੇਣਾ ਤਾਂ ਜੋ ਮੈਂ ਇਸ਼ਨਾਨ ਕਰ ਸਕਾਂ। ਜਿਵੇਂ ਹੀ ਦਾਸੀਆਂ ਬਾਗ ਵਿੱਚੋਂ ਬਾਹਰ ਗਈਆਂ ਤਾਂ ਇਹ ਦੋਵੇਂ ਦੌੜ ਕੇ ਸੁਸੰਨਾ ਕੋਲ ਖੜੇ ਹੋ ਗਏ ਅਤੇ ਕਹਿਣ ਲੱਗੇ, ਵੇਖ, ਬਾਗ ਦੇ ਦਰਵਾਜ਼ੇ ਬੰਦ ਹਨ, ਸਾਨੂੰ ਕੋਈ ਵੀ ਨਹੀਂ ਵੇਖ ਸਕਦਾ। ਅਸੀਂ ਤੈਨੂੰ ਦਿਲ ਤੋਂ ਚਾਹੁੰਦੇ ਹਾਂ ਅਤੇ ਤੂੰ ਸਾਡੇ ਨਾਲ ਸੰਗ ਕਰ। ਜੇਕਰ ਤੂੰ ਇਸ ਤਰ੍ਹਾਂ ਨਹੀਂ ਕਰਦੀ ਤਾਂ ਅਸੀਂ ਤੇਰੇ ਤੇ ਇਹ ਦੋਸ਼ ਲਵਾਵਾਂਗੇ ਕਿ ਤੂੰ ਇਸ ਬਾਗ ਵਿੱਚ ਕਿਸੇ ਹੋਰ ਨੌਜਵਾਨ ਨਾਲ ਮੌਜ ਮਸਤੀ ਕਰ ਰਹੀ ਸੀ। ਇਸ ਕਰਕੇ ਤੂੰ ਦੋਵਾਂ ਦਾਸੀਆਂ ਨੂੰ ਬਾਗ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਭੇਜ ਦਿੱਤਾ ਸੀ। ਸੁਸੰਨਾ ਨੇ ਲੰਮੀ ਆਹ ਭਰੀ ਅਤੇ ਕਿਹਾ, ਮੈਨੂੰ ਹੋਰ ਕੋਈ ਰਾਹ ਨਹੀਂ ਦਿਸਦਾ। ਜੇਕਰ ਮੈਂ ਇਸ ਤਰ੍ਹਾਂ ਕਰਦੀ ਹਾਂ ਤਾਂ ਉਹ ਮੌਤ ਦੇ ਬਰਾਬਰ ਹੈ। ਜੇਕਰ ਨਹੀਂ ਕਰਦੀ ਤਾਂ ਤੁਹਾਡੇ ਹੱਥਾਂ ਵਿੱਚੋਂ ਬਚ ਨਹੀਂ ਸਕਦੀ। ਫਿਰ ਵੀ ਮੈਂ ਪ੍ਰਭੂ ਦੇ ਸਾਹਮਣੇ ਪਾਪ ਕਰਨ ਨਾਲੋਂ ਪਾਪ ਰਹਿਤ ਹੋ ਕੇ ਤੁਹਾਡੇ ਜਾਲ ਵਿੱਚ ਫਸ ਕੇ ਮਰਨਾ ਪਸੰਦ ਕਰਾਂਗੀ। ਫਿਰ ਸੁਸੰਨਾ ਉੱਚੀ ਆਵਾਜ਼ 'ਚ ਰੋਣ ਲੱਗ ਪਈ। ਦੋਵੇਂ ਨਿਆਂਕਰਤਾ ਉਸ ਦੇ ਵਿਰੁੱਧ ਦੋਸ਼ ਲਾਉਣ ਲੱਗੇ ਅਤੇ ਇੱਕ ਨਿਆਂਕਰਤਾ ਨੇ ਜਾ ਕੇ ਬਾਗ ਦਾ ਦਰਵਾਜ਼ਾ ਖੋਲ੍ਹ ਦਿੱਤਾ।
ਜਦੋਂ ਕਰ ਦੇ ਨੌਕਰਾਂ ਨੇ ਬਾਗ ਵਿੱਚ ਰੌਲਾ ਪੈਂਦੇ ਸੁਣਿਆ ਤਾਂ ਉਹ ਦੌੜ ਕੇ ਪਿਛਲੇ ਦਰਵਾਜ਼ੇ ਰਾਹੀਂ ਇਹ ਵੇਖਣ ਲਈ ਆਏ ਕਿ ਸੁਸੰਨਾ ਨੂੰ ਕੀ ਹੋਇਆ ਹੈ। ਦੋਵਾਂ ਨੇ ਸੁਸੰਨਾ ਨੂੰ ਦੋਸ਼ ਲਾਉਂਦੇ ਸ਼ੁਰੂ ਕਰ ਦਿੱਤੇ। ਇਹ ਸੁਣ ਕੇ ਨੌਕਰ ਹੈਰਾਨ ਹੋ ਗਏ ਕਿਉਂਕਿ ਸੁਸੰਨਾ ਇਹੋ ਜਿਹੀ ਔਰਤ ਨਹੀਂ ਸੀ। ਉਸ 'ਤੇ ਇਸ ਤਰ੍ਹਾਂ ਦਾ ਦੋਸ਼ ਪਹਿਲਾਂ ਕਦੀ ਨਹੀਂ ਸੀ ਲੱਗਾ। ਦੂਸਰੇ ਦਿਨ ਲੋਕਾਂ ਨੇ ਉਸ ਦੇ ਪਤੀ ਯੋਆਕਿਮ ਦੇ ਘਰ ਇਕੱਠੇ ਹੋ ਗਏ। ਇਹ ਦੋਵੇਂ ਨਿਆਂਕਰਤਾ ਵੀ ਸੁਸੰਨਾ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਵਿਉਂਤ ਬਣਾ ਕੇ ਆ ਪਹੁੰਚੇ। ਉਹਨਾਂ ਨੇ ਹੁਕਮ ਦਿੱਤਾ, ਹਿਲਕੀਆਂ ਦੀ ਧੀ ਅਤੇ ਯੋਆਕਿਮ ਦੀ ਪਤਨੀ ਸੁਸੰਨਾ ਨੂੰ ਪੇਸ਼ ਕੀਤਾ ਜਾਵੇ। ਸੁਸੰਨਾ ਨੂੰ ਬੁਲਾਇਆ ਗਿਆ। ਉਹ ਆਪਣੇ ਮਾਂ-ਬਾਪ, ਬੱਚਿਆਂ ਅਤੇ ਰਿਸ਼ਤੇਦਾਰ ਨਾਲ ਆਈ। ਪਰ ਇਹ ਸਭ ਕੁਝ ਵੇਖ ਕੇ ਉਸ ਦਾ ਪਰਿਵਾਰ ਅਤੇ ਸਾਰੇ ਰਿਸ਼ਤੇਦਾਰ ਰੋਣ ਲੱਗ ਪਏ। ਫਿਰ ਇਹ ਦੋਵੇਂ ਨਿਆਂਕਰਤਾ ਲੋਕਾਂ ਦੇ ਵਿਚਕਾਰ ਉੱਠ ਕੇ ਖੜੇ ਹੋ ਗਏ ਅਤੇ ਉਹਨਾਂ ਨੇ ਸੁਸੰਨਾ ਦੇ ਸਿਰ ਉੱਪਰ ਆਪਣੇ ਹੱਥ ਰੱਖ ਦਿੱਤੇ। ਉਹ ਸਵਰਗ ਵੱਲ ਅੱਖਾਂ ਚੁੱਕ ਕੇ ਰੋ ਰਹੀ ਸੀ ਕਿਉਂਕਿ ਉਸ ਦੀ ਆਸ ਪ੍ਰਭੂ ਉੱਤੇ ਸੀ। ਦੋਵਾਂ ਨਿਆਂਕਰਤਾਵਾਂ ਨੇ ਇਹ ਕਿਹਾ, ਜਦੋਂ ਅਸੀਂ ਕੱਲ੍ਹ ਬਾਗ ਵਿੱਚ ਸੈਰ ਕਰ ਰਹੇ ਸੀ ਤਾਂ ਇਹ ਔਰਤ ਆਪਣੀਆਂ 2 ਦਾਸੀਆਂ ਨਾਲ ਬਾਗ ਵਿੱਚ ਆਈ ਅਤੇ ਬਾਅਦ ਵਿੱਚ ਦੋਵਾਂ ਦਾਸੀਆਂ ਨੂੰ ਬਾਹਰ ਭੇਜ ਕੇ ਇਸ ਨੇ ਬਾਗ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਇੱਕ ਨੌਜਵਾਨ ਜੋ ਲੁਕ ਕੇ ਖੜਾ ਸੀ ਇਸ ਕੋਲ ਆ ਕੇ ਲੇਟ ਗਿਆ। ਅਸੀਂ ਦੋਵੇਂ ਬਾਗ ਦੇ ਕਿਨਾਰੇ ਖੜੇ ਸੀ। ਇਹ ਪਾਪ ਹੁੰਦਾ ਵੇਖ ਕੇ ਦੌੜੇ ਆਏ, ਇਹਨਾਂ ਦੇ ਕੋਲ ਆਏ ਅਤੇ ਦੋਵਾਂ ਨੂੰ ਪਾਪ ਕਰਦੇ ਵੇਖਿਆ। ਅਸੀਂ ਉਸ ਨੌਜਵਾਨ ਨੂੰ ਫੜ ਨਹੀਂ ਸਕੇ ਕਿਉਂਕਿ ਉਹ ਸਾਡੇ ਤੋਂ ਜਵਾਨ ਅਤੇ ਤਾਕਤਵਰ ਸੀ। ਉਹ ਦਰਵਾਜ਼ਾ ਖੋਲ੍ਹ ਕੇ ਦੌੜ ਗਿਆ। ਅਸੀਂ ਇਸ ਔਰਤ ਨੂੰ ਫੜ ਲਿਆ ਅਤੇ ਉਸ ਨੌਜਵਾਨ ਦੇ ਬਾਰੇ ਪੁੱਛਗਿੱਛ ਕੀਤੀ, ਪਰ ਉਸ ਨੇ ਉਸ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇਹ ਸਭ ਹੁੰਦਾ ਆਪ ਵੇਖਿਆ ਅਤੇ ਇਸ ਗੱਲ ਦੇ ਗਵਾਹ ਹਾਂ। ਸਾਰੀ ਸਭਾ ਨੇ ਉਹਨਾਂ ਦੀਆਂ ਗੱਲਾਂ 'ਤੇ ਯਕੀਨ ਕਰ ਲਿਆ ਕਿਉਂਕਿ ਉਹ ਉਹਨਾਂ ਦੁਆਰਾ ਨਿਯੁਕਤ ਕੀਤੇ ਨਿਆਂਕਰਤਾ ਸਨ। ਲੋਕਾਂ ਨੇ ਸੁਸੰਨਾ ਨੂੰ ਜਾਨ ਤੋਂ ਮਾਰਨ ਦਾ ਹੁਕਮ ਸੁਣਾ ਦਿੱਤਾ। ਫਿਰ ਸੁਸੰਨਾ ਨੇ ਉੱਚੀ ਆਵਾਜ਼ 'ਚ ਪੁਕਾਰ ਕੇ ਕਿਹਾ, ਸਰਬ ਸ਼ਕਤੀਮਾਨ ਪ੍ਰਭੂ, ਤੁਸੀਂ ਸਾਰੇ ਗੁਪਤ ਭੇਦਾਂ ਅਤੇ ਹੋਣ ਵਾਲੇ ਕੰਮਾਂ ਨੂੰ ਜਾਣਦੇ ਹੋ। ਤੁਸੀਂ ਹਰ ਗੱਲ ਨੂੰ ਉਸ ਦੇ ਹੋਣ ਤੋਂ ਪਹਿਲਾਂ ਹੀ ਜਾਣਦੇ ਹੋ ਅਤੇ ਆਉਣ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦੇ ਹੋ। ਤੁਹਾਨੂੰ ਇਹ ਵੀ ਪਤਾ ਹੈ ਕਿ ਇਹਨਾਂ ਆਦਮੀਆਂ ਨੇ ਝੂਠੀ ਗਵਾਹੀ ਦਿੱਤੀ ਹੈ। ਜਿਹੜਾ ਪਾਪ ਕਰਨ ਦਾ ਦੋਸ਼ ਇਹਨਾਂ ਮੇਰੇ ਸਿਰ 'ਤੇ ਲਾਇਆ ਹੈ, ਉਹ ਪਾਪ ਮੈਂ ਨਹੀਂ ਕੀਤਾ। ਨਿਰਦੋਸ਼ ਹੋਣ ਦੇ ਬਾਵਜੂਦ ਵੀ ਮੈਨੂੰ ਮੌਤ ਦੀ ਸਜ਼ਾ ਸੁਣਾਈ ਹੈ ਅਤੇ ਮੈਨੂੰ ਮਰਨਾ ਪੈਣਾ ਹੈ। ਪ੍ਰਭੂ ਨੇ ਸੁਸੰਨਾ ਦੀ ਪੁਕਾਰ ਨੂੰ ਸੁਣਿਆ। ਜਦੋਂ ਲੋਕ ਸੁਸੰਨਾ ਨੂੰ ਮਾਰਨ ਲਈ ਲੈ ਜਾ ਰਹੇ ਸਨ ਤਾਂ ਪ੍ਰਭੂ ਨੇ ਦਾਨੀਏਲ ਨਾਂ ਦੇ ਇੱਕ ਨੌਜਵਾਨ ਨੂੰ ਆਤਮਾ ਦੀ ਸ਼ਕਤੀ ਨਾਲ ਭਰ ਦਿੱਤਾ। ਉਹ ਉੱਚੀ ਆਵਾਜ਼ 'ਚ ਕਹਿਣ ਲੱਗਾ, ਮੈਂ ਇਸ ਨਿਰਦੋਸ਼ ਔਰਤ ਦੇ ਖੂਨ ਦਾ ਦੋਸ਼ੀ ਨਹੀਂ ਹਾਂ। ਸਭ ਲੋਕ ਉਸ ਨੌਜਵਾਨ ਵੱਲ ਮੁੜ ਕੇ ਕਹਿਣ ਲੱਗੇ, ਤੇਰਾ ਇਸ ਤਰ੍ਹਾਂ ਕਹਿਣ ਦਾ ਕੀ ਮਤਲਬ ਹੈ? ਦਾਨੀਏਲ ਉਹਨਾਂ ਦੇ ਵਿਚਕਾਰ ਆ ਖੜਾ ਹੋ ਗਿਆ ਅਤੇ ਕਿਹਾ, ਇਸਰਾਏਲੀ ਲੋਕੋ, ਤੁਸੀਂ ਕਿੰਨੇ ਨਾਸਮਝ ਅਤੇ ਮੂਰਖ ਹੋ ਕਿ ਬਿਨਾਂ ਪੁੱਛ-ਗਿੱਛ ਅਤੇ ਜਾਂਚ ਪੜਤਾਲ ਕੀਤੇ ਇਸਰਾਏਲ ਦੀ ਇੱਕ ਧੀ ਨੂੰ ਮੌਤ ਦੀ ਸਜ਼ਾ ਦੇ ਰਹੇ ਹੋ। ਤੁਸੀਂ ਨਿਆਂ ਕਰਨ ਵਾਲੀ ਥਾਂ 'ਤੇ ਵਾਪਸ ਜਾਓ ਕਿਉਂਕਿ ਇਹਨਾਂ ਦੋਵਾਂ ਨਿਆਂਕਰਤਾਵਾਂ ਨੇ ਔਰਤ ਵਿਰੁੱਧ ਝੂਠੀ ਗਵਾਹੀ ਦਿੱਤੀ ਹੈ। ਸਾਰੇ ਲੋਕ ਛੇਤੀ ਹੀ ਵਾਪਸ ਪਰਤ ਆਏ ਅਤੇ ਲੋਕਾਂ ਵਿੱਚ ਕੁਝ ਵਡੇਰਿਆਂ ਨੇ ਕਿਹਾ, ਆਓ ਸਾਡੇ ਵਿਚਕਾਰ ਬੈਠੋ ਅਤੇ ਸਾਨੂੰ ਦੱਸੋ ਤੁਹਾਡਾ ਕੀ ਵਿਚਾਰ ਹੈ, ਕਿਉਂਕਿ ਪ੍ਰਭੂ ਨੇ ਤੁਹਾਨੂੰ ਨਿਆਂ ਕਰਨ ਦਾ ਹੱਕ ਪ੍ਰਦਾਨ ਕੀਤਾ ਹੈ। ਦਾਨੀਏਲ ਨੇ ਕਿਹਾ, ਇਹਨਾਂ ਦੋਵਾਂ ਨਿਆਂਕਰਤਾਵਾਂ ਨੂੰ ਵੱਖਰਾ ਕਰ ਦਿਓ, ਮੈਂ ਇਹਨਾਂ ਕੋਲੋਂ ਪੁੱਛ-ਗਿੱਛ ਕਰਾਂਗਾ। ਜਦੋਂ ਉਹ ਦੋਵੇਂ ਵੱਖਰੇ ਕਰ ਦਿੱਤੇ ਗਏ ਤਾਂ ਦਾਨੀਏਲ ਨੇ ਇੱਕ ਨੂੰ ਕੋਲ ਬੁਲਾਇਆ ਅਤੇ ਕਿਹਾ, ਗੁਨਾਹ ਕਰਦਾ ਹੋਇਆ ਤੂੰ ਬੁੱਢਾ ਹੋ ਗਿਆ ਹੈ। ਤੇਰੇ ਸਾਰੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਤੈਨੂੰ ਮਿਲਣ ਵਾਲੀ ਹੈ। ਤੂੰ ਬੇਗੁਨਾਹਾਂ ਅਤੇ ਝੂਠੇ ਦੋਸ਼ ਲਾਏ ਅਤੇ ਗੁਨਾਹਗਾਰਾਂ ਨੂੰ ਆਜ਼ਾਦ ਛੱਡ ਦਿੱਤਾ ਸੀ, ਜਦਕਿ ਪ੍ਰਭੂ ਨੇ ਕਿਹਾ ਹੈ, ਤੁਸੀਂ ਨਿਰਦੋਸ਼ ਅਤੇ ਧਰਮੀ ਨੂੰ ਮੌਤ ਦੀ ਸਜ਼ਾ ਨਹੀਂ ਦੇਵੋਗੇ। ਹੁਣ ਤੂੰ ਇਹ ਦੱਸ ਕਿ ਜੇਕਰ ਤੂੰ ਇਸ ਔਰਤ ਨੂੰ ਗੁਨਾਹ ਕਰਦੇ ਵੇਖਿਆ ਤਾਂ ਬਾਗ ਦੇ ਕਿਹੜੇ ਰੁੱਖ ਥੱਲੇ ਵੇਖਿਆ ਸੀ? ਉਸਨੇ ਜਵਾਬ ਦਿੱਤਾ, ਬਬੂਲ ਦੇ ਰੁੱਖ ਥੱਲੇ। ਦਾਨੀਏਲ ਨੇ ਕਿਹਾ, ਇੰਨਾ ਵੱਡਾ ਝੂਠ ਬੋਲ ਕੇ ਤੂੰ ਆਪਣਾ ਸਿਰ ਗਵਾ ਲਿਆ ਹੈ।
ਪ੍ਰਭੂ ਦੇ ਦੂਤ ਨੂੰ ਇਹ ਹੁਕਮ ਮਿਲ ਗਿਆ ਹੈ ਕਿ ਉਹ ਤੇਰੇ 2 ਟੁਕੜੇ ਕਰ ਦੇਵੇ। ਫਿਰ ਦਾਨੀਏਲ ਨੇ ਉਸ ਨੂੰ ਇੱਕ ਪਾਸੇ ਕੀਤਾ ਅਤੇ ਦੂਸਰੇ ਨਿਆਂਕਰਤਾ ਨੂੰ ਬੁਲਾ ਕੇ ਕਿਹਾ, ਤੂੰ ਯਹੂਦਾ ਦੀ ਨਹੀਂ, ਕਨਾਨ ਦੀ ਸੰਤਾਨ ਹੈ। ਸੁੰਦਰਤਾ ਨੇ ਤੈਨੂੰ ਭ੍ਰਿਸ਼ਟ ਕਰ ਦਿੱਤਾ ਅਤੇ ਤੇਰੀ ਕਾਮ ਵਾਸਨਾ ਨੇ ਤੇਰਾ ਦਿਲ ਗੰਦਾ ਕਰ ਦਿੱਤਾ ਹੈ। ਇਸ ਲਈ ਯਹੂਦਾ ਦੀਆਂ ਧੀਆਂ ਦਾ ਨਾਲ ਤੁਸੀਂ ਦੋਵੇਂ ਅਜਿਹਾ ਵਰਤਾਓ ਕਰਦੇ ਆਏ ਹੋ ਅਤੇ ਡਰ ਕਰਨ ਉਹ ਤੁਹਾਡੀਆਂ ਗੱਲਾਂ ਮੰਨਦੀਆਂ ਰਹੀਆਂ। ਪਰ ਯਹੂਦਾ ਦੀ ਇਹ ਧੀ ਤੁਹਾਡੇ ਅਧਰਮ ਅਤੇ ਗੰਦੀ ਸੋਚ ਸਾਹਮਣੇ ਨਹੀਂ ਝੁਕੀ। ਹੁਣ ਤੂੰ ਦੱਸ, ਇਹਨਾਂ ਨੂੰ ਕਿਸ ਰੁੱਖ ਥੱਲੇ ਵੇਖਿਆ? ਉਸ ਨੇ ਜਵਾਬ ਦਿੱਤਾ, ਬਲੂਤ ਦੇ ਰੁੱਖ ਥੱਲੇ। ਦਾਨੀਏਲ ਨੇ ਕਿਹਾ, ਤੂੰ ਵੀ ਇੱਕ ਵੱਡਾ ਝੂਠ ਬੋਲ ਕੇ ਆਪਣਾ ਜੀਵਨ ਗਵਾ ਲਿਆ ਹੈ। ਪ੍ਰਭੂ ਦਾ ਫਰਿਸ਼ਤਾ ਹੱਥ ਵਿੱਚ ਤਲਵਾਰ ਫੜ ਕੇ ਤੇਰੀ ਉਡੀਕ ਕਰ ਰਿਹਾ ਹੈ। ਉਹ ਤੇਰੇ 2 ਟੁਕੜੇ ਕਰ ਦੇਵੇਗਾ ਅਤੇ ਤੁਹਾਡਾ ਦੋਵਾਂ ਦਾ ਨਾਸ਼ ਹੋ ਜਾਵੇਗਾ। ਫਿਰ ਸਾਰੀ ਸਭਾ ਉੱਚੀ ਆਵਾਜ਼ ਨਾਲ ਪ੍ਰਭੂ ਦਾ ਧੰਨਵਾਦ ਕਰਨ ਲੱਗੀ, ਜੋ ਉਸ ਤੇ ਭਰੋਸਾ ਰੱਖਣ ਵਾਲਿਆਂ ਨੂੰ ਬਚਾਉਂਦਾ ਹੈ। ਦਾਨੀਏਲ ਨੇ ਦੋਵਾਂ ਨਿਆਂਕਰਤਾ ਨੂੰ ਉਹਨਾਂ ਦੇ ਆਪਣੇ ਹੀ ਸ਼ਬਦਾਂ ਰਾਹੀਂ ਝੂਠਾ ਸਾਬਿਤ ਕਰ ਦਿੱਤਾ। ਮੂਸਾ ਨਬੀ ਦੇ ਵਿਧਾਨ ਅਨੁਸਾਰ ਉਹਨਾਂ ਲੋਕਾਂ ਨੇ ਉਹਨਾਂ ਦੋਹਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਿਹੜੀ ਉਹ ਦੋਵੇਂ ਆਪਣੇ ਗੁਆਂਢੀਆਂ ਨੂੰ ਦੇਣਾ ਚਾਹੁੰਦੇ ਸਨ। ਲੋਕਾਂ ਨੇ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਅਤੇ ਇਸ ਤਰ੍ਹਾਂ ਨਿਰਦੋਸ਼ ਔਰਤ ਦਾ ਜੀਵਨ ਬਚ ਗਿਆ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਯਿਸੂ ਨੇ ਫਿਰ ਲੋਕਾਂ ਨੂੰ ਕਿਹਾ, ਮੈਂ ਸੰਸਾਰ ਦਾ ਚਾਨਣ ਹਾਂ। ਜੋ ਮੇਰੀ ਪੈਰਵੀ ਕਰਦਾ ਹੈ ਉਹ ਹਨੇਰੇ ਵਿੱਚ ਨਹੀਂ ਭਟਕੇਗਾ, ਸਗੋਂ ਉਸ ਨੂੰ ਜੀਵਨ ਦਾ ਚਾਨਣ ਮਿਲੇਗਾ। ਤਦ ਫਰੀਸੀਆਂ ਨੇ ਉਸ ਨੂੰ ਕਿਹਾ, ਤੁਸੀਂ ਆਪਣੇ ਹੱਕ ਵਿੱਚ ਗਵਾਹੀ ਦਿੰਦੇ ਹੋ, ਤੁਹਾਡੀ ਗਵਾਹੀ ਸੱਚੀ ਨਹੀਂ ਹੈ। ਯਿਸੂ ਨੇ ਉੱਤਰ ਦਿੱਤਾ, ਭਾਵੇਂ ਮੈਂ ਆਪਣੇ ਹੱਕ ਵਿੱਚ ਆਪ ਗਵਾਹੀ ਦਿੰਦਾ ਹਾਂ, ਫਿਰ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਮੈਂ ਕਿੱਥੇ ਜਾ ਰਿਹਾ ਹਾਂ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ। ਤੁਸੀਂ ਸਰੀਰ ਸੰਬੰਧੀ ਨਿਆਂ ਕਰਦੇ ਹੋ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ, ਅਤੇ ਜੇਕਰ ਮੈਂ ਨਿਆਂ ਕਰਾਂ ਤਾਂ ਮੇਰਾ ਫੈਸਲਾ ਸਹੀ ਹੋਵੇਗਾ, ਕਿਉਂਕਿ ਮੈਂ ਇਕੱਲਾ ਨਿਆਂ ਨਹੀਂ ਕਰਦਾ, ਮੈਂ ਅਤੇ ਮੇਰਾ ਬਾਪ ਜਿਸ ਨੇ ਮੈਨੂੰ ਘੱਲਿਆ ਹੈ। ਤੁਹਾਡੇ ਵਿਧਾਨ ਵਿੱਚ ਲਿਖਿਆ ਹੈ ਕਿ 2 ਆਦਮੀਆਂ ਦੀ ਗਵਾਹੀ ਸਹੀ ਹੁੰਦੀ ਹੈ। ਮੈਂ ਆਪਣੇ ਬਾਰੇ ਆਪ ਗਵਾਹੀ ਦਿੰਦਾ ਹਾਂ ਅਤੇ ਬਾਪ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਬਾਰੇ ਗਵਾਹੀ ਦਿੰਦਾ ਹੈ। ਤਦ ਉਹਨਾਂ ਨੇ ਉਸ ਨੂੰ ਕਿਹਾ, ਕਿੱਥੇ ਹੈ ਤੁਹਾਡਾ ਬਾਪ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਨਾ ਤਾਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਬਾਪ ਨੂੰ। ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਬਾਪ ਨੂੰ ਵੀ ਜਾਣਦੇ। ਉਸ ਨੇ ਇਹ ਗੱਲਾਂ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਖਜ਼ਾਨੇ ਦੇ ਲਾਗੇ ਆਖੀਆਂ, ਪਰ ਕਿਸੇ ਨੇ ਵੀ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ, ਕਿਉਂਕਿ ਅਜੇ ਉਸ ਦਾ ਸਮਾਂ ਨਹੀਂ ਆਇਆ ਸੀ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਾਕ ਕਲਾਮ ਦੇ ਵਿੱਚੋਂ 2 ਪਾਠ ਸੁਣੇ ਹਨ। ਅੱਜ ਦੀ ਅੰਜੀਲ ਦੇ ਵਿੱਚ ਯਹੂਨਾ ਦੀ ਅੰਜੀਲ 8ਵਾਂ ਅਧਿਆਏ ਉਹਦੀ 12ਵੀਂ ਆਇਤ ਦੇ ਵਿੱਚ ਪ੍ਰਭੂ ਕਹਿੰਦਾ ਹੈ, ਮੈਂ ਜਗਤ ਦਾ ਚਾਨਣ ਹਾਂ ਤੇ ਜੋ ਵੀ ਮੇਰੀ ਪੈਰਵੀ ਕਰਦਾ ਹੈ ਉਹ ਕਦੇ ਹਨੇਰੇ ਵਿੱਚ ਨਹੀਂ ਭਟਕੇਗਾ। ਜਦੋਂ ਅਸੀਂ ਜ਼ਬੂਰ ਪੜ੍ਹੀਏ, ਜ਼ਬੂਰ ਨੰਬਰ 23, ਉਸ ਦੀ 1 ਤੋਂ ਲੈ ਕੇ 3 ਆਇਤ ਤੱਕ, ਉਹਨਾਂ ਵਚਨਾਂ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ ਕਿ ਪ੍ਰਭੂ ਤੂੰ ਮੇਰਾ ਅਯਾਲੀ ਹੈ, ਭਾਵੇਂ ਮੈਂ ਹਨੇਰੇ ਦੀਆਂ ਵਾਦੀਆਂ ਦੇ ਵਿੱਚੋਂ ਦੀ ਵੀ ਕਿਉਂ ਨਾ ਲੰਘਾਂ, ਤੂੰ ਮੇਰਾ ਬਚਾਅ ਕਰੇਂਗਾ। ਹਾਂ ਪਿਆਰਿਓ, ਖੁਦਾ ਦੇ ਉੱਤੇ ਭਰੋਸਾ ਰੱਖਣ ਵਾਲਿਆਂ ਦਾ ਖੁਦਾ ਆਪ ਸਾਥ ਦਿੰਦਾ ਹੈ। ਉਸ ਦੀ ਪੈਰਵੀ ਕਰਨ ਵਾਲਿਆਂ ਨੂੰ ਉਹ ਕਦੇ ਵੀ ਹਨੇਰੇ ਵਿੱਚ ਭਟਕਣ ਨਹੀਂ ਦਿੰਦਾ ਹੈ। ਪਿਆਰਿਓ, ਅੱਜ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਦੇਖਿਆ ਹੈ ਕਿ ਇੱਕ ਇਸਰਾਇਲ ਦੀ ਧੀ ਸੁਸੰਨਾ, ਇੱਕ ਸੁੰਦਰ ਸੁਸ਼ੀਲ ਔਰਤ
ਜੋ ਬਹੁਤ ਹੀ ਧਾਰਮਿਕ ਖਿਆਲਾਂ ਵਾਲੀ ਸੀ, ਜੋ ਮੂਸਾ ਦੀਆਂ ਲਿਖੀਆਂ ਹੋਈਆਂ ਹਦਾਇਤਾਂ ਦੇ ਅਨੁਸਾਰ ਜੀਵਨ ਗੁਜ਼ਾਰਦੀ ਸੀ। ਲੇਕਿਨ ਦੇਖੋ, ਜਦੋਂ ਖੁਦਾ ਦੇ ਰਸਤੇ ਤੇ ਚੱਲਣ ਵਾਲੇ ਇਨਸਾਨ ਇਸ ਦੁਨੀਆ ਦੇ ਵਿੱਚ ਹੁੰਦੇ ਹਨ ਤਾਂ ਨਾਲ ਨਾਲ ਸ਼ੈਤਾਨ ਦੇ ਰਸਤੇ ਤੇ ਚੱਲਣ ਵਾਲੇ ਵੀ ਲੋਕ ਆ ਜਾਂਦੇ ਹਨ। ਅੱਜ ਅਸੀਂ ਵਚਨ ਦੇ ਵਿੱਚ ਸੁਣਿਆ ਹੈ ਕਿ ਦੋ ਨਿਆਂਕਰਤਾ ਜਿਨ੍ਹਾਂ ਨੂੰ ਇਸਰਾਇਲੀ ਕੌਮ ਨੇ ਖੁਦ ਨਿਆਂ ਕਰਨ ਦੇ ਲਈ ਨਿਯੁਕਤ ਕੀਤਾ ਸੀ, ਉਹਨਾਂ ਦੇ ਮਨ ਦੇ ਵਿੱਚ ਖੋਟ ਆ ਗਈ। ਉਹ ਸੁਸੰਨਾ ਦੇ ਉੱਤੇ ਮੋਹਿਤ ਹੋ ਗਏ ਅਤੇ ਉਸ ਨੂੰ ਹਾਸਲ ਕਰਨਾ ਚਾਹੁੰਦੇ ਸੀ। ਤੇ ਦੇਖੋ, ਇੱਕ ਕਿੱਡਾ ਵੱਡਾ ਪਾਪ ਉਹਨਾਂ ਨੇ ਕੀਤਾ, ਇੱਕ ਵੱਡਾ ਛੜਯੰਤਰ ਰਚਿਆ ਕਿ ਕਿਸ ਤਰ੍ਹਾਂ ਉਸ ਸੁਸੰਨਾ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ। ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ, ਸਫਲ ਵੀ ਹੋਏ। ਕਿਸ ਹੱਦ ਤੱਕ ਉਹਨਾਂ ਨੇ ਸੁਸੰਨਾ ਦੇ ਉੱਤੇ ਇਹ ਦੋਸ਼ ਲਾਇਆ ਕਿ ਇਸ ਨੇ ਵਿਭਚਾਰ ਕੀਤਾ ਹੈ ਅਤੇ ਵਿਭਚਾਰ ਕਰਨ ਵਾਲੀ ਔਰਤ ਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਂਦਾ ਸੀ। ਲੇਕਿਨ ਜਿਸ ਤਰ੍ਹਾਂ ਮੈਂ ਵਚਨ ਦੇ ਵਿੱਚੋਂ ਦੱਸਿਆ ਹੈ ਕਿ ਪ੍ਰਭੂ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਪ੍ਰਭੂ ਆਪ ਅਗਵਾਈ ਕਰਦਾ ਹੈ, ਉਹਨਾਂ ਨੂੰ ਕਦੇ ਵੀ ਹਨੇਰੇ ਵਿੱਚ ਨਹੀਂ ਭਟਕਣ ਦਿੰਦਾ ਹੈ। ਤੇ ਕਿਸ ਤਰ੍ਹਾਂ ਪ੍ਰਭੂ ਇੱਕ ਨੌਜਵਾਨ ਦੇ ਮਨ ਦੇ ਵਿੱਚ ਆਪਣੀ ਰੂਹ ਪਾ ਦਿੰਦਾ ਹੈ ਅਤੇ ਉਹ ਨੌਜਵਾਨ ਸੁਸੰਨਾ ਦੇ ਸਾਹਮਣੇ ਉਹਦੇ ਬਚਾਅ ਦੇ ਲਈ ਆ ਜਾਂਦਾ ਹੈ। ਹਾਂ ਪਿਆਰਿਓ, ਦਾਨੀਏਲ ਦੇ ਆਉਣ ਦੇ ਦੁਆਰਾ ਉਹ ਨਿਆਂਕਰਤਾ ਨੂੰ ਦੋਸ਼ੀ ਸਾਬਤ ਕਰਦਾ ਹੈ ਅਤੇ ਸੁਸੰਨਾ ਬਚ ਜਾਂਦੀ ਹੈ। ਪਿਆਰਿਓ, ਜਦੋਂ ਅਸੀਂ ਇਹਨਾਂ ਪਾਠਾਂ ਨੂੰ ਸੁਣਿਆ ਹੈ, ਹੁਣ ਸਾਡੇ ਮਨ ਦੇ ਵਿੱਚ ਇਹਦਾ ਕੀ ਸੰਦੇਸ਼ ਹੈ? ਸਾਨੂੰ ਪ੍ਰਭੂ ਕੀ ਕਹਿਣਾ ਚਾਹੁੰਦਾ ਹੈ? ਸਾਨੂੰ ਵੀ ਪ੍ਰਭੂ ਇਹੋ ਗੱਲ ਕਹਿਣੀ ਚਾਹੁੰਦਾ ਹੈ ਕਿ ਜੇਕਰ ਤੁਸੀਂ ਮੇਰੀ ਪੈਰਵੀ ਕਰੋਗੇ ਤਾਂ ਤੁਸੀਂ ਹਨੇਰੇ ਵਿੱਚ ਨਹੀਂ ਭਟਕੋਗੇ। ਬਹੁਤ ਵਾਰੀ ਅਸੀਂ ਹਨੇਰੇ ਵਿੱਚ ਭਟਕਦੇ ਹਾਂ ਆਪਣੀ ਹੀ ਨਲਾਇਕੀ ਦੇ ਕਾਰਨ, ਅਸੀਂ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਅਸੀਂ ਹਨੇਰੇ ਵਿੱਚ ਭਟਕਦੇ ਹਾਂ, ਅਸੀਂ ਗੁੰਮਰਾਹ ਹੋ ਜਾਂਦੇ ਹਾਂ। ਕਈ ਲੋਕ ਸਾਡੇ ਤੇ ਝੂਠੇ ਇਲਜ਼ਾਮ ਲਗਾ ਦਿੰਦੇ ਹਨ। ਕਿਉਂ? ਕਿਉਂਕਿ ਅਸੀਂ ਪ੍ਰਭੂ ਤੋਂ ਦੂਰ ਹਾਂ। ਸੁਸੰਨਾ ਨੇ ਪ੍ਰਭੂ ਦੇ ਚਾਨਣ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਿਆ, ਪ੍ਰਭੂ ਦੀ ਵਿਵਸਥਾ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਿਆ ਤੇ ਪ੍ਰਭੂ ਦੇ ਉੱਤੇ ਭਰੋਸਾ ਰੱਖਿਆ, ਆਪਣਾ ਈਮਾਨ ਸਦਾ ਦੇ ਲਈ ਉਸ ਪ੍ਰਭੂ ਦੇ ਉੱਤੇ ਰੱਖਿਆ। ਤੇ ਉਹ ਪ੍ਰਾਰਥਨਾ ਵੀ ਕਰਦੀ ਹੈ ਕਿ हे ਪ੍ਰਭੂ, ਤੂੰ ਸਭ ਕੁਝ ਜਾਣਦਾ ਹੈ, ਤੂੰ ਜਾਣਦਾ ਹੈ ਕਿ ਮੈਂ ਇਹ ਕੰਮ ਨਹੀਂ ਕੀਤਾ ਹੈ, ਮੇਰਾ ਬਚਾਓ ਕਰ। ਦੇਖੋ, ਪ੍ਰਭੂ ਆਪਣੇ ਇੱਕ ਦਾਸ ਦੇ ਦੁਆਰਾ, ਡੈਨੀਅਲ ਦੇ ਦੁਆਰਾ ਆ ਕੇ ਉਸ ਦਾ ਬਚਾਓ ਕਰਦਾ ਹੈ। ਅਸੀਂ ਵੀ ਜਦੋਂ ਹਨੇਰੇ ਵਿੱਚ ਭਟਕ ਜਾਂਦੇ ਹਾਂ ਜਾਂ ਵਾਦੀਆਂ ਦੇ ਵਿੱਚੋਂ, ਹਨੇਰੇ ਦੀਆਂ ਵਾਦੀਆਂ ਵਿੱਚੋਂ ਦੀ ਲੰਘਦੇ ਹਾਂ, ਤੇ ਅਸੀਂ ਉਸ ਵਕਤ ਘਬਰਾਉਣਾ ਨਹੀਂ ਹੈ, ਅਸੀਂ ਭਟਕਣਾ ਨਹੀਂ ਹੈ। ਅਸੀਂ ਉਸ ਪ੍ਰਭੂ ਦੇ ਉੱਤੇ ਭਰੋਸਾ ਰੱਖਣਾ ਹੈ ਕਿ ਸਾਡਾ ਪ੍ਰਭੂ, ਜਿਸ ਨੇ ਪੂਰੀ ਬਾਈਬਲ ਦੇ ਵਿੱਚ ਆਪਣੇ ਲੋਕਾਂ ਦੀ ਅਗਵਾਈ ਕੀਤੀ ਹੈ, ਲੋਕਾਂ ਦਾ ਬਚਾਓ ਕੀਤਾ ਹੈ, ਉਹ ਪ੍ਰਭੂ ਸਾਡੀ ਵੀ ਰੱਖਿਆ ਕਰੇਗਾ। ਅਸੀਂ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਹਾਂ, ਬਹੁਤ ਸਾਰੇ ਸਰਫੇ ਅਸੀਂ ਕਰ ਰਹੇ ਹਾਂ, ਰੋਜ਼ੇ ਰੱਖ ਕੇ ਪ੍ਰਾਰਥਨਾਵਾਂ ਕਰ ਰਹੇ ਹਾਂ, ਦੂਜਿਆਂ ਦੀ ਮਦਦ ਕਰ ਰਹੇ ਹਾਂ। ਅੱਜ ਪ੍ਰਭੂ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਪੂਰਾ ਭਰੋਸਾ ਪ੍ਰਭੂ ਦੇ ਉੱਤੇ ਰੱਖੀਏ ਤੇ ਸਾਡਾ ਭਰੋਸਾ ਸੁਸੰਨਾ ਦੇ ਵਾਂਗ ਹੋਣਾ ਚਾਹੀਦਾ ਹੈ, ਜੋ ਇਸਰਾਇਲ ਦੀ ਧੀ ਸੀ। ਪ੍ਰਭੂ ਨੇ ਉਸ ਦਾ ਕਿੰਨੇ ਅਨੋਖੇ ਢੰਗ ਦੇ ਨਾਲ ਬਚਾਅ ਕੀਤਾ ਤੇ ਉਹੀ ਪ੍ਰਭੂ ਸਾਡਾ ਵੀ ਬਚਾਅ ਕਰੇਗਾ, ਸਾਡੇ ਪਰਿਵਾਰਾਂ ਨੂੰ, ਸਾਡੇ ਪਰਿਵਾਰ ਦੇ ਜੀਆਂ ਨੂੰ ਵੀ ਉਹ ਬਰਕਤਾਂ ਨਾਲ ਮਾਲਾ ਮਾਲ ਕਰੇਗਾ। ਇਸ ਕਰਕੇ ਆਓ ਅਸੀਂ ਅੱਜ ਵਾਅਦਾ ਕਰੀਏ ਕਿ ਅਸੀਂ ਪ੍ਰਭੂ ਦੀ ਮਰਜ਼ੀ ਨੂੰ ਪੂਰਾ ਕਰਾਂਗੇ ਤੇ ਉਹਦੇ ਚਾਨਣ ਦੇ ਵਿੱਚ ਚੱਲਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।